ਰਹਿੰਦੀ ਦੁਨੀਆ ਦੇ ਵਿੱਚ ਨਾ ਇਖਤਲਾਫਾਤ ਹੋ ਹੀ ਜਾਂਦੇ ਨੇ, ਇਹ ਕੋਈ ਵੱਡੀ ਗੱਲ ਨਹੀਂ ਹੈ। ਦੁਸ਼ਮਣ ਵੀ ਲੋਕ ਬਣ ਜਾਂਦੇ ਨੇ, ਲੇਕਿਨ ਦੁਆ ਇਹ ਕਰੋ ਕਿ ਤੁਹਾਡਾ ਦੁਸ਼ਮਣ ਜਿਹੜਾ ਹੈ ਨਾ ਉਹ ਖਾਨਦਾਨੀ ਹੋਵੇ। ਉਹ ਕਮ ਅਜ਼ ਕਮ ਜਿਹੜੀ ਚੀਜ਼ ਦੇ ਬਾਰੇ ਦੁਸ਼ਮਣੀ ਹੋਵੇ ਉਹਦਾ ਹੀ ਜਵਾਬ ਦੇਵੇ, ਨਾ ਕਿ ਕਿਰਦਾਰਕਸ਼ੀ ਕਰੇ, ਗਾਲੀ ਦੇਵੇ। ਬਦਕਾਰਾਂ ਦੇ ਨਾਲ ਦੁਸ਼ਮਣੀ ਤੁਹਾਡੀ ਬਣ ਜਾਏ ਤੇ ਯਕੀਨ ਕਰੋ ਤੁਹਾਨੂੰ ਇੰਝ ਹੀ ਲੱਗੇਗਾ ਕਿ ਤੁਸੀਂ ਬਿਲਕੁਲ ਬਦਕਿਸਮਤ ਜੇ, ਕਿ ਤੁਹਾਡਾ ਉਹਨਾਂ ਲੋਕਾਂ ਨਾਲ ਵਾਸਤਾ ਪੈ ਗਿਆ ਹੈ ਜਿਹੜਾ ਕੀਚੜ ਉਛਾਲਦੇ ਨੇ, ਜਿਹੜੇ ਖੁਦ ਗਾਰਾਂ ਨੇ, ਕੀਚੜ ਨੇ, ਜਿਨ੍ਹਾਂ ਨੂੰ ਮਹਿਸੂਸ ਨਹੀਂ ਹੁੰਦਾ ਇੱਜ਼ਤ ਔਰ ਬੇਇੱਜ਼ਤੀ ਦੇ ਮਾਮਲਾਤ, ਉਹਨਾਂ ਨੂੰ ਜ਼ਰਾ ਇਹਨਾਂ ਚੀਜ਼ਾਂ ਤੇ ਸ਼ਰਮ ਨਹੀਂ ਆਉਂਦੀ। ਤੇ ਦੁਆ ਕੀਤਾ ਕਰੋ ਕਿ ਅੱਲਾਹ ਤਾਲਾ ਪਹਿਲੋਂ ਕਿ ਵੀ ਦੁਸ਼ਮਣੀਆਂ ਤੋਂ ਨਾ ਰੱਬ ਸਭ ਨੂੰ ਮਹਿਫੂਜ਼ ਕਰੇ, ਰੱਬ ਇਹੋ ਜਿਹੇ ਮਾਮਲਾਤ ਦੇ ਵਿੱਚ ਕਦੀ ਵੀ ਕਿਸੇ ਨੂੰ ਨਾ ਪਾਵੇ। ਤੇ ਜੇ ਖੁਦਾ ਨਾ ਖਾਸਤਾ ਅਗਰ ਇਨ ਕੇਸ ਕਿਸੇ ਨਾਲ ਤੁਹਾਡਾ ਇਖਤਲਾਫ ਹੋ ਜਾਂਦਾ ਹੈ ਤੇ ਦੁਆ ਕਰੋ, ਰੱਬ ਕੋ ਇਹ ਦੁਆ ਕਰੋ ਕਿ ਤੁਹਾਡਾ ਦੁਸ਼ਮਣ ਬਦਤਮੀਜ਼ ਨਾ ਹੋਵੇ, ਬਦ ਕਿਰਦਾਰ ਨਾ ਹੋਵੇ, ਬਦ ਇਖਲਾਕ ਨਾ ਹੋਵੇ, ਕਿਉਂਕਿ ਉਹ ਆਪ ਤੇ ਗੰਦਾ ਹੈ ਲੇਕਿਨ ਉਹ ਤੁਹਾਡੀ ਇੱਜ਼ਤ ਨੂੰ ਵੀ ਇੰਝ ਉਛਾਲੇਗਾ ਔਰ ਤੁਹਾਡੇ ਕਿਰਦਾਰ ਨੂੰ ਵੀ ਇੰਝ ਉਛਾਲੇਗਾ ਕਿ ਤੁਸੀਂ ਸਮਝੋਗੇ ਕਿ ਮੈਂ ਇੱਕ ਬਦਕਿਸਮਤ ਇਨਸਾਨ ਹੈ, ਕਿ ਮੇਰਾ ਦੁਸ਼ਮਣ ਜਿਹੜਾ ਮੇਰਾ ਹਰੀਫ ਹੈ ਉਹ ਬਦ ਕਿਰਦਾਰ ਹੈ, ਉਹ ਆਪਣਾ ਤਰਬੀਅਤ ਸ਼ੋ ਕਰ ਰਿਹਾ ਹੈ। ਔਰ ਕੁਝ ਲੋਕ ਯਾਦ ਰੱਖਣਾ ਕਿ ਖਾਨਦਾਨੀ ਹੁੰਦੇ ਤੇ ਹੈ ਲੇਕਿਨ ਉਹ ਐਸੀ ਸੋਬਤ ਇਖਤਿਆਰ ਕਰ ਬੈਠਦੇ ਨੇ ਕਿ ਉਹ ਬਦਕਾਰਾਂ ਨਾਲ ਰਹਿ ਕੇ ਖੁਦ ਬਦਕਾਰ ਹੋ ਜਾਂਦੇ, ਜਿੰਦੀ ਵਜ੍ਹਾ ਤੋਂ ਆਉਣ ਵਾਲੀਆਂ ਨਸਲਾਂ ਵੀ ਭੁਗਤਦੀਆਂ ਬਦਕਾਰੀ। ਕਿਉਂਕਿ ਦੇਖੋ ਜਦੋਂ ਜਿਨ੍ਹਾਂ ਦੇ ਨਾਲ ਤੁਸੀਂ ਰਹਿਣਾ ਉਹਨਾਂ ਵਰਗੀ ਤਰਬੀਅਤ ਆਣੀ ਹੈ ਔਰ ਅੱਗੋਂ ਤੁਸੀਂ ਆਪਣੇ ਮਾਮਲਾਤ ਵੇਖਦੇ ਕਿ ਅੱਗੇ ਉਹ ਬੱਚੇ ਵੀ ਨੇ, ਉਹ ਕੀ ਸਿੱਖ ਲਏਗੇ ਕਿ ਜਿਹੜੇ ਇਨਸਾਨ ਗਾਲੀ ਨਾਲ ਗੱਲ ਕਰਦੇ ਆ, ਬਦਕਾਰੀ ਨਾਲ ਗੱਲ ਕਰਦੇ ਨੇ, ਜਿਹੜੇ ਇਨਸਾਨ ਗੰਦੀ ਜ਼ੁਬਾਨ ਇਖਤਿਆਰ ਕਰਕੇ ਔਰ ਆਪਣੇ ਆਪ ਨੂੰ ਜਤਾਉਣ ਲਈ, ਠੀਕ ਹੈ, ਅਸਲ ਮੌਜੂ ਤੋਂ ਗੱਲ ਹਟਾਉਣ ਲਈ ਗਾਲੀ ਕੱਢਦੇ ਆ, ਕਿਰਦਾਰਕਸ਼ੀ ਕਰਦੇ ਆ, ਤੇ ਯਕੀਨ ਮੰਨੋ ਤੁਸੀਂ ਉਹਨਾਂ ਕੋ ਕੀ ਤਵੱਕੋ ਕਰ ਸਕਦੇ ਜੇ। ਲੈਸਨ ਕੀ ਹੈ? ਲੈਸਨ ਇਹ ਹੈ ਕਿ ਦੁਆ ਕਰੋ ਰੱਬ ਕਿਸੇ ਨੂੰ ਕੋਈ ਦੁਸ਼ਮਣ ਨਾ ਦੇਵੇ। ਅਗਰ ਇਨ ਕੇਸ ਖੁਦਾ ਨਾ ਖਾਸਤਾ ਕਿ ਤੁਹਾਡੀ ਕਿਸੇ ਦੇ ਨਾਲ ਇਖਤਲਾਫ ਹੋ ਗਿਆ, ਕੋਈ ਦੁਸ਼ਮਣੀ ਬਣ ਗਈ ਹੈ, ਤੇ ਰੱਬ ਐਸਾ ਹੋਵੇ ਕਿ ਉਹ ਖਾਨਦਾਨੀ ਹੋਵੇ, ਕਿਰਦਾਰ ਵਾਲਾ ਹੋਵੇ, ਬਾ ਕਿਰਦਾਰ ਹੋਵੇ। ਕਮ ਅਜ਼ ਕਮ ਜਿਹੜੀ ਗੱਲ ਦੇ ਉੱਤੇ ਇਖਤਲਾਫ ਹੈ ਉਸ ਗੱਲ ਨੂੰ ਡਿਸਕਸ ਕੀਤਾ ਜਾਵੇ, ਨਾ ਕਿ ਕਿਰਦਾਰਾਂ ਨੂੰ ਡਿਸਕਸ ਕੀਤਾ ਜਾਵੇ। ਇਹ ਦੁਨੀਆ ਜਿਹੜੀ ਹੈ ਨਾ, ਇੱਥੇ ਅਗਰ ਤੁਸੀਂ ਦੇਖੋ ਨਾ ਤੇ ਹਰ ਬੰਦਾ ਆਪਣੇ ਆਪਣੇ ਕਿਰਦਾਰ ਦੇ ਵਿੱਚ ਗੁੰਮ ਹੈ। ਇਹ ਅੱਲਾਹ ਤਾਲਾ ਨੇ ਪਰਦੇ ਪਾਏ ਨੇ, ਬੇਸਿਕਲੀ ਤੇ ਅੱਲਾਹ ਤਾਲਾ ਨੇ ਪਰਦੇ ਪਾਏ ਨਾ, ਤੇ ਜਿੱਦਣ ਉਹ ਭੇਤ ਖੁੱਲ੍ਹਣੇ ਉਹ ਕਿਆਮਤ ਵਾਲੇ ਦਿਨ, ਉਦੋਂ ਦੇ ਸਭ ਦੇ ਜਿਹੜੇ ਵੀ ਜਿੰਨੇ ਵੀ ਸ਼ਰੀਫ ਅੱਜ ਬੰਦੇ ਨੇ ਸਾਰੇ ਹਾਜੀ ਉਦੋਂ ਲਾਈਨ ਤੇ ਖੜੇ ਹੋਣੇ ਆ। ਇਹ ਅੱਲਾਹ ਨੂੰ ਪਤਾ ਹੈ। ਤੇ ਬਾਕੀ ਅੱਲਾਹ ਤਾਲਾ ਸਭ ਦੀਆਂ ਇੱਜ਼ਤਾਂ ਮਹਿਫੂਜ਼ ਰੱਖੇ। ਔਰ ਮੇਰੇ ਆ ਸਬਕ ਯਾਦ ਰੱਖਣਾ ਕਿ ਰੱਬ ਕੋ ਦੁਆ ਮੰਗੋ ਕਿ ਅੱਲਾਹ ਤਾਲਾ ਕਿਸੇ ਕਮੀਨੇ ਦੁਸ਼ਮਣ ਨਾਲ ਤੁਹਾਡਾ ਵਾਸਤਾ ਨਾ ਪਾਵੇ, ਗੰਦੇ ਦੁਸ਼ਮਣ ਨਾਲ ਵਾਸਤਾ ਨਾ ਪਾਵੇ, ਬਲਕਿ ਕਿਸੇ ਦੁਸ਼ਮਣ ਨਾਲ ਵਾਸਤਾ ਨਾ ਪਾਵੇ। ਇਹ ਕੋਈ ਅੱਛੀ ਚੀਜ਼ ਨਹੀਂ, ਇਹ ਕੋਈ ਬਿਹਤਰ ਚੀਜ਼ ਨਹੀਂ। ਅੱਲਾਹ ਤਾਲਾ ਸਭ ਨੂੰ ਉਹਨਾਂ ਦੀਆਂ ਇੱਜ਼ਤਾਂ ਉਹਨਾਂ ਨੂੰ ਮਹਿਫੂਜ਼ ਰੱਖੇ, ਅੱਲਾਹ ਤਾਲਾ ਰਹਿਮ ਫਰਮਾਏ। ਤੁਹਾਡਾ ਵੀਡੀਓ ਦੇਖਣ ਦਾ ਬਹੁਤ ਸ਼ੁਕਰੀਆ। ਅਗਰ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗਦੀ ਹੈ ਇਹਨੂੰ ਲਾਈਕ ਕਰੋ, ਸ਼ੇਅਰ ਕਰੋ ਔਰ ਚੈਨਲ ਨੂੰ ਫੋਲੋ ਕਰੋ। ਥੈਂਕ ਯੂ ਵੈਰੀ ਮਚ। ਅੱਲਾਹ ਹਾਫਿਜ਼।